ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਪ ਤੁਸੀਂ ਸਾਰੇ ਵਧੀਆ ਹੋਵੋਗੇ। ਕੱਲ੍ਹ ਲੈਕਚਰ ਕਰਵਾਉਂਦੇ ਪਤਾ ਨਹੀਂ ਜਦੋਂ ਆਪਾਂ MCQ ਵਾਲੇ ਟੌਪਿਕ 'ਤੇ ਪਹੁੰਚਣ ਵਾਲੇ ਸੀ ਮੇਰਾ ਲੈਕਚਰ ਵਿੱਚ ਹੀ ਬੰਦ ਹੋ ਗਿਆ। ਤਾਂ MCQ ਕਰਵਾਉਣੀ ਰਹਿ ਗਈ ਸੀ। ਇਸ ਲੈਕਚਰ 'ਚ ਪਹਿਲਾਂ ਮੈਂ MCQ ਕਵਰ ਕਰਵਾਉਂਗੀ, ਫਿਰ ਜਿਹੜਾ ਨੈਕਸਟ ਲੈਕਚਰ ਪਾਉਂਗੀ ਮੈਂ ਉਹਦੇ ਵਿੱਚ ਨੈਕਸਟ ਟੌਪਿਕ ਕਰਵਾਵਾਂਗੇ। ਤਾਂ ਕੱਲ੍ਹ ਆਪਾਂ ਕੀਤਾ ਸੀਗਾ ਜੀ ਟੈਕਨੀਕਸ ਆਫ ਮਟੀਰੀਅਲ ਕੰਟਰੋਲ। ਉਹਦੇ ਉੱਤੇ ਹੀ ਹੁਣ ਆਪਾਂ ਕੁਐਸਚਨ ਪ੍ਰੈਕਟਿਸ ਕਰਾਂਗੇ। ਸਭ ਤੋਂ ਪਹਿਲਾ ਕੁਐਸਚਨ ਆਪਣੇ ਕੋਲ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਟੈਕਨੀਕਸ ਆਫ ਮਟੀਰੀਅਲ ਕੰਟਰੋਲ। ਕਿਹੜੀ ਟੈਕਨੀਕ ਨਹੀਂ ਹੈ ਮਟੀਰੀਅਲ ਕੰਟਰੋਲ ਦੀ? ਤਾਂ ਮੈਂ ਤੁਹਾਨੂੰ ਪੜ੍ਹਾਇਆ ਸੀ EOQ ਵੀ ਹੈਗੀ ਹੈ, ਜਿਹਦਾ ਮਤਲਬ ਕੀ ਆ ਇਕਨੋਮਿਕ ਆਰਡਰ ਕੁਆਂਟਿਟੀ, ਜਿਹਦਾ ਫਾਰਮੂਲਾ ਸੀਗਾ ਜੀ 2DS/H ਦਾ ਰੂਟ ਕਰਨਾ। ਉਸ ਤੋਂ ਬਾਅਦ ABC ਐਨਾਲਾਈਸਿਸ, ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੀ ਆਈਟਮ A ਹੋਏਗੀ ਉਹਦੇ ਵਿੱਚ ਹਾਈ ਵੈਲਿਊ ਹੋਏਗੀ, ਲੋ ਕੁਆਲਿਟੀ ਹੋਏਗੀ, ਠੀਕ ਹੈ। ਅਤੇ B ਵਾਲੀ ਆਈਟਮ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਮੋਡਰੇਟ ਹੋਏਗੀ, ਦੋਨੋਂ ਚੀਜ਼ਾਂ ਮੋਡਰੇਟ ਹੋਏਗੀ, ਵੈਲਿਊ ਵੀ ਮੋਡਰੇਟ ਹੋਏਗੀ, ਕੁਆਂਟਿਟੀ ਵੀ ਮੋਡਰੇਟ ਹੋਏਗੀ। C ਆਈਟਮਸ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਲੋ ਵੈਲਿਊ ਹੋਏਗੀ ਬਟ ਹਾਈ ਕੁਆਂਟਿਟੀ ਹੋਏਗੀ। ਤਾਂ ਮਤਲਬ ਇਹ ਵੀ ਇੱਕ ਟੈਕਨੀਕ ਹੈ ਮਟੀਰੀਅਲ ਕੰਟਰੋਲ ਦੀ। ਅਤੇ FIFO ਮੈਥਡ ਦੇ ਤੀਸਰਾ ਚੌਥਾ ਸਾਡੇ ਕੋਲ ਆਉਂਦਾ ਬਜਟਰੀ ਕੰਟਰੋਲ। ਇਹ ਵੀ ਇੱਕ ਟੈਕਨੀਕ ਹੈ ਮਟੀਰੀਅਲ ਕੰਟਰੋਲ ਦੀ। ਤਾਂ ਇਹਦਾ ਆਪਸ਼ਨ ਜਿਹੜਾ ਕੁਐਸਚਨ ਨੰਬਰ 1 ਹੈ ਇਹਦਾ ਆਪਸ਼ਨ C ਕਰੈਕਟ ਹੋ ਜਾਏਗਾ ਕਿ ਕਿਹੜੀ ਟੈਕਨੀਕ ਨਹੀਂ ਹੈ। ਜਿਹੜਾ FIFO ਫਸਟ ਇਨ ਫਸਟ ਆਊਟ ਜਾਂ ਫਿਰ LIFO ਜਾਂ ਫਿਰ ਵੇਟਡ ਐਵਰੇਜ ਮੈਥਡ ਹੈ, ਇਹ ਮਟੀਰੀਅਲ ਦੀ ਪ੍ਰਾਈਸ ਨਿਕਾਲਣ ਦੇ ਮੈਥਡ ਹੈ ਕਿ ਉਹਨਾਂ ਦੀ ਪ੍ਰਾਈਸਿੰਗ ਆਪਾਂ ਕਿਵੇਂ ਕਰਨੀ ਹੈ। ਤਾਂ ਇਹ ਟੈਕਨੀਕਸ ਦੇ ਵਿੱਚ ਨਹੀਂ ਆਉਂਦਾ। ਤਾਂ ਫਸਟ ਕੁਐਸਚਨ ਲਈ ਆਪਸ਼ਨ ਨੰਬਰ C ਹੈ ਜਿਹੜਾ ਉਹ ਕਰੈਕਟ ਹੋ ਜਾਏਗਾ। ਹੁਣ ਆਪਾਂ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਦੇ ਉੱਤੇ। ਨੈਕਸਟ ਕੁਐਸਚਨ ਕੀ ਹੈ ਆਪਣੇ ਕੋਲ? ਨੈਕਸਟ ਕੁਐਸਚਨ ਹੈ ਦ ਲੈਵਲ ਐਟ ਵਿਚ ਨਿਊ ਸਟਾਕ ਸ਼ੁੱਡ ਬੀ ਆਰਡਰਡ। ਮੈਂ ਤੁਹਾਨੂੰ ਦੱਸਿਆ ਸੀਗਾ ਉਹ ਲੈਵਲ ਜਿੱਥੇ ਆਪਾਂ ਫਰੈਸ਼ ਡਿਲੀਵਰੀ ਮੰਗਵਾਉਂਦੇ ਹਾਂ ਆਪਣੇ ਸਟੋਕ ਦੀ, ਉਹ ਲੈਵਲ ਕਿਹੜਾ ਹੁੰਦਾ ਹੈ? ਰੀਆਰਡਰ ਲੈਵਲ ਹੁੰਦਾ। ਤਾਂ ਮੈਕਸੀਮਮ ਲੈਵਲ ਉਹ ਲੈਵਲ ਹੁੰਦਾ। ਇਹ ਆਪਸ਼ਨ A ਕੱਟ ਜੂਗਾ, ਆਪਸ਼ਨ B ਕੱਟ ਜੂਗਾ, ਆਪਸ਼ਨ D ਕੱਟ ਜੂਗਾ। ਤਾਂ ਸਾਡਾ ਆਨਸਰ ਕੀ ਹੋਊਗਾ ਜੀ? ਰੀਆਰਡਰ ਲੈਵਲ। ਮੈਂ ਇੱਕ ਵਾਰੀ ਸਾਰੇ ਦੱਸ ਦਿੰਦੀ ਹਾਂ, ਦੁਬਾਰਾ ਤੋਂ ਰੀਕੋਲ ਹੋ ਜਾਊਗਾ ਤੁਹਾਨੂੰ। ਮੈਕਸੀਮਮ ਲੈਵਲ ਮੈਂ ਤੁਹਾਨੂੰ ਦੱਸਿਆ ਸੀਗਾ ਹਾਈਐਸਟ ਕੁਆਂਟਿਟੀ ਜੋ ਅਸੀਂ ਮੇਨਟੇਨ ਕਰਕੇ ਰੱਖਣੀ ਹੈ ਆਪਣੇ ਸਟੋਰ ਹਾਊਸ ਦੇ ਵਿੱਚ, ਹਾਈਐਸਟ ਕੁਆਂਟਿਟੀ ਆਫ ਮਟੀਰੀਅਲ ਜੋ ਆਪਾਂ ਮੇਨਟੇਨ ਕਰਕੇ ਰੱਖਣੀ ਹੈ। ਮਿਨੀਮਮ ਨਾਮ ਤੋਂ ਹੀ ਪਤਾ ਲੱਗ ਰਿਹਾ ਲੋਐਸਟ ਕੁਆਂਟਿਟੀ ਜੋ ਆਪਾਂ ਮੇਨਟੇਨ ਕਰਕੇ ਰੱਖਣੀ ਹੈ ਜੀ। ਅਤੇ ਡੇਂਜਰ ਲੈਵਲ ਜਦੋਂ ਐਮਰਜੈਂਸੀ ਪੈ ਗਈ, ਮੈਨੂੰ ਫਟਾਫਟ ਸਮਾਨ ਦੁਬਾਰਾ ਤੋਂ ਮੰਗਵਾਉਣਾ, ਉਹ ਵਾਲਾ ਹੁੰਦਾ ਸਾਡਾ ਡੇਂਜਰ ਲੈਵਲ। ਤਾਂ ਜਿੱਥੇ ਆਪਾਂ ਨਵਾਂ ਸਟੋਕ ਨਵਾਂ ਲਿਖਿਆ ਆ ਜਾਏ, ਨਿਊ ਲਿਖਿਆ ਆ ਜਾਏ, ਫਰੈਸ਼ ਲਿਖਿਆ ਆ ਜਾਏ, ਤਾਂ ਉਹਦਾ ਆਨਸਰ ਕੀ ਹੋਊਗਾ ਸਾਡੇ ਕੋਲ? ਰੀਆਰਡਰ ਲੈਵਲ। ਇਹਦਾ ਆਪਸ਼ਨ C ਕਰੈਕਟ ਹੋ ਜਾਏਗਾ। ਆਪਸ਼ਨ C ਇਜ਼ ਕਰੈਕਟ। ਨੈਕਸਟ ਸਾਡੇ ਕੋਲ ਹੈਗਾ ਜੀ ਕੁਐਸਚਨ ਨੰਬਰ 3, ਜਿਹਦੇ ਵਿੱਚ ਸਾਨੂੰ ਪੁੱਛਿਆ ਗਿਆ ਹੈ ਫਾਰਮੂਲਾ ਆਫ ਇਕਨੋਮਿਕ ਆਰਡਰ ਕੁਆਂਟਿਟੀ। ਜਦੋਂ ਮੈਂ ਪਹਿਲਾ ਕੁਐਸਚਨ ਕਰਵਾਇਆ ਸੀ ਉਹਦੇ ਵਿੱਚ ਆਪਸ਼ਨ ਆਇਆ ਸੀ EOQ ਦੀ ਟੈਕਨੀਕ ਦਾ। ਮੈਂ ਤੁਹਾਨੂੰ ਉਦੋਂ ਹੀ ਦੱਸ ਦਿੱਤਾ ਸੀਗਾ ਕਿ ਸਾਡਾ ਫਾਰਮੂਲਾ ਕੀ ਹੁੰਦਾ EOQ ਦਾ। D ਹੁੰਦਾ ਜੀ ਸਾਡੀ ਡਿਮਾਂਡ, ਐਨੂਅਲ ਡਿਮਾਂਡ, ਕਿ ਆਪਾਂ ਸਾਲ ਦੇ ਵਿੱਚ ਕਿੰਨੀ ਯੂਨਿਟਸ ਦੀ ਡਿਮਾਂਡ ਕਰ ਰਹੇ ਹਾਂ। ਔਰ ਮੈਂ ਤੁਹਾਨੂੰ ਦੱਸਿਆ ਸੀ ਯੂਨਿਟਸ ਦੇ ਵਿੱਚ ਲੈਣਾ, ਆਪਾਂ ਅਮਾਊਂਟਸ ਦੇ ਵਿੱਚ ਨਹੀਂ ਲੈਣਾ। ਦੂਸਰਾ ਮੈਂ ਤੁਹਾਨੂੰ ਦੱਸਿਆ ਸੀ S ਕੀ ਹੁੰਦਾ ਹੈ ਜੀ? S ਹੁੰਦਾ ਹੈ ਆਰਡਰਿੰਗ ਕੋਸਟ, ਕਿ ਪਰ ਆਰਡਰ 'ਤੇ ਮੈਨੂੰ ਕਿੰਨੀ ਆਰਡਰਿੰਗ ਕੋਸਟ ਪੈ ਰਹੀ ਹੈ। H ਹੋ ਗਿਆ ਜੀ ਸਾਡੇ ਕੋਲ ਕੈਰਿੰਗ ਕੋਸਟ। ਤਾਂ ਇਹ ਆਪਸ਼ਨ A ਇਜ਼ ਕਰੈਕਟ ਹੋ ਜਾਏਗਾ। ਨੈਕਸਟ ਆਪਾਂ ਕਰਦੇ ਹਾਂ ਕੁਐਸਚਨ। ਨੈਕਸਟ ਕੁਐਸਚਨ ਹੈ ਜੀ ਇਨ ABC ਐਨਾਲਾਈਸਿਸ, ਹੈ ਨਾ। ਮੈਂ ਟੈਕਨੀਕ ਕਰਵਾਈ ਸੀ, ਹੁਣੇ ਤੁਹਾਨੂੰ ਰੀਕੋਲ ਵੀ ਕਰਵਾਈ ਹੈ। ABC ਐਨਾਲਾਈਸਿਸ ਕੀ ਹੈ? ਇਹਨਾਂ ਨੇ ਪੁੱਛਿਆ ਜਿਹੜੀ A ਕੈਟਾਗਰੀ ਆ ਉਹਦੇ ਵਿੱਚ ਕੀ ਚੀਜ਼ ਇਨਕਲੂਡ ਹੋਏਗੀ? ਹਾਈ ਵੈਲਿਊ, ਹਾਈ ਕੁਆਂਟਿਟੀ ਇਨਕਲੂਡ ਹੋਏਗੀ? ਨਹੀਂ ਜੀ, ਆਪਸ਼ਨ A ਕੈਂਸਲ ਹੈ। ਮੈਂ ਤੁਹਾਨੂੰ ਦੱਸਿਆ ਸੀ ਕੀ ਹੋਏਗਾ, ਹਾਈ ਵੈਲਿਊ ਹੋਏਗਾ ਅਤੇ ਲੋ ਕੁਆਂਟਿਟੀ ਹੋਏਗਾ। ਲੋ ਵੈਲਿਊ ਲੋ ਕੁਆਂਟਿਟੀ ਆਈਟਮਸ ਨਹੀਂ, ਇਹ ਵੀ ਇਨਕਲੂਡ ਨਹੀਂ ਹੈ। ਹਾਈ ਵੈਲਿਊ ਲੋ ਕੁਆਂਟਿਟੀ ਆਈਟਮਸ ਯੈਸ, ਆਪਸ਼ਨ C ਇਹਦਾ ਕਰੈਕਟ ਹੋ ਜਾਏਗਾ। ਜਦੋਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ A ਦੇ ਵਿੱਚ ਹਾਈ ਵੈਲਿਊ ਅਤੇ ਲੋ ਕੁਆਂਟਿਟੀ, B ਦੇ ਵਿੱਚ ਮੋਡਰੇਟ ਵਾਲਾ ਦੋਨੋਂ ਚੀਜ਼ਾਂ ਆ ਜਾਊਗੀਆਂ, ਅਤੇ C ਦੇ ਵਿੱਚ ਆਪਣੇ ਕੋਲ ਆ ਜਾਊਗਾ ਲੋ ਵੈਲਿਊ ਹਾਈ ਕੁਆਂਟਿਟੀ। ਤਾਂ ਕੁਐਸਚਨ ਨੰਬਰ 4 ਦਾ ਆਪਸ਼ਨ ਨੰਬਰ C ਕਰੈਕਟ ਹੈ। ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਕੁਐਸਚਨ ਨੰਬਰ 5, ਜਿਹਦੇ ਵਿੱਚ ਤੁਹਾਨੂੰ ਪੁੱਛਿਆ ਗਿਆ ਹੈ ਪਰਪੈਚੁਅਲ ਇਨਵੈਂਟਰੀ ਸਿਸਟਮ ਦੇ ਬਾਰੇ। ਕਹਿੰਦੇ ਪਰਪੈਚੁਅਲ ਇਨਵੈਂਟਰੀ ਸਿਸਟਮ ਹੁੰਦਾ ਕੀ ਹੈ, ਹੈਲਪ ਕੀ ਕਰਦਾ ਹੈ? ਆਪਸ਼ਨ A ਹੈ ਸਾਡੇ ਕੋਲ ਰਿਕਾਰਡ ਕਰਦਾ ਪਰਚੇਜ਼ ਓਨਲੀ? ਨਹੀਂ ਜੀ। ਕੰਟੀਨਿਊਸ ਸਟਾਕ ਨੂੰ ਮੋਨੀਟਰ ਕਰਦਾ? ਹਾਂਜੀ। ਮੈਂ ਤੁਹਾਨੂੰ ਦੱਸਿਆ ਸੀਗਾ ਈਚ ਟ੍ਰਾਂਜੈਕਸ਼ਨ, ਪਰਪੈਚੁਅਲ ਦੇ ਵਿੱਚ ਮੈਂ ਤੁਹਾਨੂੰ ਕੀਵਰਡ ਕੀ ਦੱਸਿਆ ਸੀ? ਈਚ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਦਾ। ਠੀਕ ਹੈ ਜੀ। ਕਿੰਨਾ ਮੈਂ ਪਰਚੇਜ਼ ਕੀਤਾ, ਕਿੰਨਾ ਮੈਂ ਸਟੋਰ ਕੀਤਾ, ਕਿੰਨਾ ਮੈਂ ਸਟੋਰੇਜ ਤੋਂ ਇਸ਼ੂ ਕੀਤਾ।
ਜਦੋਂ ਵੀ ਇਹ ਟ੍ਰਾਂਜੈਕਸ਼ਨ ਹੋਏਗੀ ਮੈਂ ਉਸੇ ਟਾਈਮ ਉਹਨੂੰ ਰਿਕਾਰਡ ਕਰੂੰਗੀ, ਤਾਂ ਆਪਸ਼ਨ ਬੀ ਇਹਦਾ ਕਰੈਕਟ ਹੋ ਜਾਏਗਾ। ਕੰਟੀਨਿਊ ਸਟਾਕ ਮੋਨੀਟਰ ਕਰਦਾ ਹੈ। ਡਿਟਰਮਾਈਨਿੰਗ ਫॉर ਸਟੈਂਡਰਡ ਕੋਸਟ, ਇਹ ਰੈਲੇਵੈਂਟ ਆਪਸ਼ਨ ਹੈ। ਅਵੋਇਡਿੰਗ ਪਰਚੇजेस, ਇਹ ਵੀ ਰੈਲੇਵੈਂਟ ਕੁਐਸਚਨ ਹੈ। ਨੈਕਸਟ ਸਾਡੇ ਕੋਲ ਆਉਂਦਾ ਹੈ ਜੀ ਕੁਐਸਚਨ ਨੰਬਰ 6, ਜਿਹਦੇ ਵਿੱਚ ਕਿਹਦੇ ਬਾਰੇ ਪੁੱਛਿਆ ਗਿਆ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਇਨਵੈਂਟਰੀ ਕੰਟਰੋਲ ਟ੍ਰਿਕ। ਫਿਰ ਉਹੀ ਕੁਐਸਚਨ ਪੁੱਛ ਰਿਹਾ ਕਿ ਕਿਹੜੀ ਇਨਵੈਂਟਰੀ ਕੰਟਰੋਲ ਟੈਕਨੀਕ ਨਹੀਂ ਹੈਗੀ। ਮੈਂ ਤੁਹਾਨੂੰ ਕਰਵਾਇਆ ਸੀ JIT, ਜਸਟ ਇਨ ਟਾਈਮ, ਜਦੋਂ ਮੈਨੂੰ ਜ਼ਰੂਰਤ ਹੈ ਮੈਂ ਉਦੋਂ ਪਰਚੇਜ਼ ਕਰੂੰਗੀ ਮਟੀਰੀਅਲ ਨੂੰ। EOQ ਆਪਾਂ ਬਹੁਤ ਵਾਰ ਪੜ੍ਹ ਚੁੱਕੇ ਹਾਂ। ਇਕਨੋਮਿਕ ਆਰਡਰ ਕੁਆਂਟਿਟੀ। ਬਜਟਰੀ ਕੰਟਰੋਲ, ਬਜਟ ਸੈੱਟ ਕਰ ਦਾਂਗੇ, ਲਿਮਿਟ ਸੈੱਟ ਕਰ ਦਾਂਗੇ, ਉਹਦੇ ਬਾਅਦ ਆਪਾਂ ਕੋਈ ਵੀ ਪਰਚੇਜ਼ਿਸ ਨਹੀਂ ਕਰਾਂਗੇ। ਅਤੇ ਸਟੈਂਡਰਡ ਕੋਸਟਿੰਗ ਇਹਦਾ ਟੈਕਨੀਕ ਨਹੀਂ ਹੈ। ਸਟੈਂਡਰਡ ਕੋਸਟਿੰਗ ਇੱਕ ਮੈਥਡ ਹੈ ਕਿ ਆਪਾਂ ਆਪਣੇ ਕੋਸਟ ਨੂੰ ਕਿੱਦਾਂ ਲਿਮਿਟ ਦੇ ਵਿੱਚ ਕਰਨਾ ਹੈ। ਨੈਕਸਟ ਹੈ ਸਾਡੇ ਕੋਲ ਕੁਐਸਚਨ ਨੰਬਰ 7, ਜਿਹਦੇ ਵਿੱਚ ਬਿਨ ਕਾਰਡਸ ਬਾਰੇ ਪੁੱਛਿਆ ਗਿਆ ਹੈ। ਠੀਕ ਹੈ ਜੀ। Bin cards are used to record financial transaction, maintain a record of stock movement, track employee attendance, record machine usage। देखो ऑप्शन सी तो डी सानू नाम तो पता लग रहा है ये रेलिवेंट क्वेश्चन है, इन्होंने एलिमिनेट कर दो। उस तो बाद फिर ऑप्शन ए आता है फाइनैंशियल ट्रांसैक्शन वास्ते रिकॉर्ड करना। फाइनैंशियल जिथे वर्ड आ जाएगा फाइनैंशियल ट्रांसैक्शन, ਉਹਦਾ ਕੰਮ फाइनैंशियल अकाउंटिंग ਦੇ ਵਿੱਚ ਹੈ, ਕੋਸਟ ਅਕਾਊਂਟਿੰਗ ਦੇ ਵਿੱਚ ਨਹੀਂ ਹੈ। ਤਾਂ ਆਪਸ਼ਨ ਏ ਵੀ ਐਲੀਮੀਨੇਟ ਹੋ ਗਿਆ। ਬਚਿਆ ਕਿਹੜਾ ਆਪਸ਼ਨ ਬੀ, ਜਿਹਦੇ ਵਿੱਚ ਆਪਾਂ ਰਿਕਾਰਡ ਕਰਦੇ ਹਾਂ ਕਿ ਕਦੋਂ ਸਾਡੇ ਕੋਲ ਸਮਾਨ ਆਇਆ ਅਤੇ ਕਦੋਂ ਅਸੀਂ ਉਸ ਸਮਾਨ ਨੂੰ ਇਸ਼ੂ ਕੀਤਾ, ਮਤਲਬ ਕਿ ਸਟਾਕ ਦੀ ਮੂਵਮੈਂਟ, ਕਿ ਕਦੋਂ ਸਾਡੇ ਕੋਲ ਆਇਆ ਅਤੇ ਕਦੋਂ ਆਪਾਂ ਉਹਨੂੰ ਇਸ਼ੂ ਕੀਤਾ। ਤਾਂ ਆਪਸ਼ਨ ਬੀ ਕੀ ਹੋ ਜਾਏਗਾ, ਆਪਸ਼ਨ ਬੀ ਹੋ ਜਾਏਗਾ ਕਰੈਕਟ। ਨੈਕਸਟ ਸਾਡੇ ਕੋਲ ਆਉਂਦਾ ਹੈ ਕੁਐਸਚਨ ਨੰਬਰ 9, ਜਿਹਦੇ ਵਿੱਚ ਕੀ ਪੁੱਛਿਆ ਗਿਆ ਹੈ, ਜਿਹਦੇ ਵਿੱਚ ਪੁੱਛਿਆ ਗਿਆ ਹੈ ਵਟ ਡਜ਼ ਦਾ ਇਨਵੈਂਟਰੀ ਟਰਨਓਵਰ ਰੇਸ਼ੋ ਮੇਜਰ। ਕਿ ਇਨਵੈਂਟਰੀ ਟਰਨਓਵਰ ਰੇਸ਼ੋ ਕੀ ਮੇਜਰ ਕਰਦੀ ਹੈ। ਇਨਵੈਂਟਰੀ ਟਰਨਓਵਰ ਰੇਸ਼ੋ ਦੇ ਮੈਂ ਦੋ ਫਾਰਮੂਲਾਸ ਤੁਹਾਨੂੰ ਕਰਵਾਏ ਸੀ। ਇੱਕ ਸੀਗਾ ਜੀ COGS ਓਵਰ ਐਵਰੇਜ ਇਨਵੈਂਟਰੀ, ਇੱਕ ਸਾਡੇ ਕੋਲ ਆਉਂਦਾ ਹੈ ਨੈਟ ਸੇਲਸ ਓਵਰ ਐਵਰੇਜ ਇਨਵੈਂਟਰੀ ਐਟ ਸੇਲ। ਅਤੇ ਹੁਣ ਆਪਾਂ ਦੱਸਣਾ ਹੈ ਕਿ ਕੀ ਹੈਲਪ ਕਰਦਾ, ਕੀ ਮੇਜਰ ਕਰਦਾ, ਹੈਲਪ ਕਰਦਾ। ਉਸ ਤੋਂ ਬਾਅਦ ਪਹਿਲਾ ਆਪਸ਼ਨ ਹੈ ਸਾਡੇ ਕੋਲ ਪ੍ਰੋਫਿਟੇਬਿਲਿਟੀ ਆਫ ਦ ਕੰਪਨੀ। ਨਹੀਂ, ਪ੍ਰੋਫਿਟ ਨਿਕਾਲਣ ਨੂੰ ਇਨਵੈਂਟਰੀ ਟਰਨਓਵਰ ਰੇਸ਼ੋ ਹੈਲਪ ਨਹੀਂ ਕਰਦਾ। ਬੇਸਿਕਲੀ ਇਨਵੈਂਟਰੀ ਟਰਨਓਵਰ ਰੇਸ਼ੋ ਹੁੰਦਾ ਕੀ ਹੈ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ, ਦੁਬਾਰਾ ਇੱਕ ਵਾਰ ਦੱਸ ਦਿੰਦੀ ਹਾਂ। ਇਨਵੈਂਟਰੀ ਟਰਨਓਵਰ ਰੇਸ਼ੋ ਹੁੰਦਾ ਹੈ ਕਿ ਕਿੰਨੀ ਵਾਰੀ ਮੇਰਾ ਜਿਹੜਾ ਸਟਾਕ ਹੈ ਉਹ ਸੇਲਸ ਦੇ ਵਿੱਚ ਕਨਵਰਟ ਹੋ ਚੁੱਕਾ, ਕਿੰਨੀ ਛੇਤੀ ਕਨਵਰਟ ਹੁੰਦਾ, ਉਹਨੂੰ ਆਪਾਂ ਬੋਲਦੇ ਹਾਂ ਇਨਵੈਂਟਰੀ ਟਰਨਓਵਰ ਰੇਸ਼ੋ। ਐਫੀਸ਼ੀਐਂਸੀ ਆਫ ਸਟਾਕ ਯੂਸੇਜ, ਪਰਚੇਜ਼ ਆਫ ਕੁਆਂਟਿਟੀ ਪਰ ਆਰਡਰ, ਇਹ ਵਾਲਾ ਆਪਸ਼ਨ ਐਲੀਮੀਨੇਟ ਹੋ ਗਿਆ। ਪਰਚੇਜ਼ ਕੁਆਂਟਿਟੀ ਪਰ ਆਰਡਰ, ਇਹ ਵੀ ਰੈਲੇਵੈਂਟ ਹੈ। ਵੇਸਟੇਜ ਲਈ ਆਪਾਂ ਇਨਵੈਂਟਰੀ ਟਰਨਓਵਰ ਰੇਸ਼ੋ ਨਹੀਂ ਨਿਕਾਲਦੇ। ਤਾਂ ਆਪਸ਼ਨ ਬੀ ਬੱਚਾ ਸਾਡੇ ਕੋਲ ਐਫੀਸ਼ੀਐਂਸੀ, ਕਿ ਸਟਾਕ ਨੂੰ ਕਿੰਨੀ ਐਫੀਸ਼ੀਐਂਟਲੀ ਆਪਾਂ ਯੂਜ਼ ਕਰ ਰਹੇ ਹਾਂ, ਕਿੰਨੀ ਵਾਰੀ ਉਹ ਸੇਲਸ ਦੇ ਵਿੱਚ ਕਨਵਰਟ ਹੁੰਦਾ ਜਾ ਰਿਹਾ। ਓਕੇ ਜੀ। ਨੈਕਸਟ ਕੁਐਸਚਨ ਹੈ ਸਾਡੇ ਕੋਲ ਕੁਐਸਚਨ ਨੰਬਰ 10, which of the following is the formulas is used for inventory turnover ratio। ਇਨਵੈਂਟਰੀ ਟਰਨਓਵਰ ਰੇਸ਼ੋ ਲਈ ਕਿਹੜੇ ਫਾਰਮੂਲਾਜ਼ ਨੂੰ ਆਪਾਂ ਯੂਜ਼ ਕਰਦੇ ਹਾਂ। ਮੈਂ ਦੋ ਫਾਰਮੂਲਾਜ਼ ਕਰਵਾਏ ਹੈ, COGS ਵਾਲਾ ਅਤੇ ਨੈਟ ਸੇਲਸ ਵਾਲਾ। COGS ਵਾਲਾ ਅਤੇ ਨੈਟ ਸੇਲਸ ਵਾਲਾ। ਠੀਕ ਹੈ ਜੀ। ਹੁਣ ਆਪਸ਼ਨ ਏ ਕੀ ਹੈ, COGS ਓਵਰ ਐਵਰੇਜ ਇਨਵੈਂਟਰੀ। ਆਪਸ਼ਨ ਏ ਹੀ ਇਹਦਾ ਕਰੈਕਟ ਹੈ, ਬਾਕੀ ਦੇਖਣ ਦੀ ਲੋੜ ਹੀ ਨਹੀਂ ਹੈ, ਕਿਉਂਕਿ COGS ਓਵਰ ਐਵਰੇਜ ਇਨਵੈਂਟਰੀ ਮੈਂ ਤੁਹਾਨੂੰ ਕੁਐਸਚਨ ਕਰਵਾਇਆ ਸੀ। ਟੋਟਲ ਸੇਲਸ ਓਵਰ ਟੋਟਲ ਪਰਚੇਜ਼ਿਸ, ਇਹ ਤਾਂ ਸੇਲਸ ਟੂ ਪਰਚੇਜ਼ਿਸ ਦੀ ਰੇਸ਼ੀਓ ਹੋ ਗਈ, ਇਹ ਵੀ ਨਹੀਂ ਆਏਗਾ। ਆਪਸ਼ਨ ਡੀ ਵੀ ਨਹੀਂ ਆਏਗਾ, ਆਪਸ਼ਨ ਏ ਇਜ਼ ਕਰੈਕਟ ਹੋ ਜਾਏਗਾ। ਇੱਕ ਵਾਰੀ ਮੈਂ COGS ਵਾਲਾ ਫਾਰਮੂਲਾ ਵੀ ਰੀਕਾਲ ਕਰਵਾ ਦਿੰਦੀ ਹਾਂ। COGS ਵਾਲਾ ਫਾਰਮੂਲਾ ਕੀ ਹੁੰਦਾ ਜੀ, ਜਿਹਦੇ ਵਿੱਚ ਆਪਾਂ ਓਪਨਿੰਗ ਸਟਾਕ ਪਲੱਸ ਪਰਚੇਜ਼ਿਸ ਹੈ ਨਾ, ਪਲੱਸ ਡਾਇਰੈਕਟ ਐਕਸਪੈਂਸਿਸ ਹੈ ਨਾ ਜੀ, ਪਲੱਸ ਆਪਾਂ ਮਾਈਨਸ ਕਰਦੇ ਹਾਂ ਆਪਾਂ ਕਲੋਜ਼ਿੰਗ ਸਟਾਕ। ਇਹ ਹੋ ਗਿਆ ਸਾਡਾ COGS ਦਾ ਫਾਰਮੂਲਾ। ਅਤੇ ਐਵਰੇਜ ਇਨਵੈਂਟਰੀਜ਼ ਆਪਾਂ ਨਾਮ ਤੋਂ ਪਤਾ ਲੱਗ ਰਿਹਾ, ਐਵਰੇਜ ਨਿਕਾਲਣੀ ਹੈ, ਕਿਹਦੀ ਨਿਕਾਲਣੀ ਹੈ ਜੀ, ਐਵਰੇਜ ਆਪਾਂ ਨਿਕਾਲਣੀ ਹੈ ਇਨਵੈਂਟਰੀ ਦੀ, ਸਟਾਕ ਦੀ। ਤਾਂ ਓਪਨਿੰਗ ਸਟਾਕ ਪਲੱਸ ਕਲੋਜ਼ਿੰਗ ਸਟਾਕ ਡਿਵਾਈਡ ਬਾਈ 2 ਕਰ ਦਾਂਗੇ। ਓਪਨਿੰਗ ਸਟਾਕ ਪਲੱਸ ਕਲੋਜ਼ਿੰਗ ਸਟਾਕ ਡਿਵਾਈਡ ਬਾਈ 2 ਕਰ ਦਾਂਗੇ। ਹੁਣ ਆਪਾਂ ਚੱਲਦੇ ਹਾਂ ਆਪਣੇ ਨੈਕਸਟ ਕੁਐਸਚਨ 'ਤੇ। ਕੁਐਸਚਨ ਨੰਬਰ 11, ਨੈਕਸਟ ਕੁਐਸਚਨ ਹੈ ਵਿਚ ਟੈਕਨੀਕਸ ਕਲਾਸੀਫਾਈ ਇਨਵੈਂਟਰੀ ਬੇਸਡ ਔਨ ਕੰਜ਼ੰਪਸ਼ਨ ਵੈਲਿਊ। ਜਿੱਥੇ ਵੀ ਵੈਲਿਊ ਬਾਰੇ ਪੁੱਛਿਆ ਜਾਏਗਾ ਉਹ ਕਿਹੜੀ ਟੈਕਨੀਕ ਹੈ, ਉਹ ਸਾਡੀ ਹੈ ABC ਐਨਾਲਾਈਸਿਸ।
ਤਾਂ EOQ ਤਾਂ ਸਾਨੂੰ ਕੈਰਿੰਗ ਕੋਸਟ ਔਰ ਹੋਲਡਿੰਗ ਕੋਸਟ ਨੂੰ ਮਿਨੀਮਾਈਜ਼ ਕਰਨ ਦੇ ਲਈ ਯੂਜ਼ ਕਰਦੇ ਹਾਂ। JIT ਮੀਨਸ ਜਸਟ ਇਨ ਟਾਈਮ, ਕਿ ਜਦੋਂ ਸਾਨੂੰ ਸਮਾਨ ਦੀ ਜ਼ਰੂਰਤ ਹੈ ਅਸੀਂ ਉਦੋਂ ਔਡਰ ਕਰ ਲਾਂਗੇ, ਅਸੀਂ ਕੈਰਿੰਗ ਕੋਸਟ ਨੂੰ ਨਹੀਂ ਪਾਵਾਂਗੇ। ਬਿਨ ਕਾਰਡ ਸਿਸਟਮ, ਬਿਨਸ ਬਣਾ ਕੇ ਰੱਖਣਾ ਹੈ, ਰਿਕਾਰਡ ਰੱਖਣਾ ਹੈ। ਤਾਂ ਬਚਿਆ ਕੀ ਆਪਸ਼ਨ ਸੀ ABC ਐਨਾਲਾਈਸਿਸ, ਜਿਹਦੇ ਵਿੱਚ ਆਪਾਂ ਵੈਲਿਊਜ਼ ਨੂੰ, ਕੰਜ਼ੰਪਸ਼ਨ ਦੀ ਵੈਲਿਊਜ਼ ਨੂੰ ਡਿਫਾਈਨ ਕਰਕੇ ਇਨਵੈਂਟਰੀ ਨੂੰ ਕੰਟਰੋਲ ਕਰਦੇ ਹਾਂ। ਨੈਕਸਟ ਸਾਡੇ ਕੋਲ ਆਉਂਦਾ ਹੈ ਜੀ ਕੁਐਸਚਨ ਨੰਬਰ 12। ਇੱਕ ਮਿੰਟ, ਕੁਐਸਚਨ ਨੰਬਰ 12 ਹੈ ਸਾਡੇ ਕੋਲ। ਦ ਮੈਕਸੀਮਮ ਸਟੋਕ ਲੈਵਲ ਇਜ਼ ਕੈਲਕੂਲੇਟਿਡ। ਮੈਕਸੀਮਮ ਸਟੋਕ ਲੈਵਲ ਨਿਕਾਲਣਾ, ਉਹਦੇ ਲਈ ਸਾਨੂੰ ਰੀਓਰਡਰ ਚਾਹੀਦਾ, ਰੀਓਰਡਰ ਲੈਵਲ ਚਾਹੀਦਾ ਅਤੇ ਰੀਓਰਡਰ ਕੁਆਂਟਿਟੀ ਚਾਹੀਦੀ ਹੈ। ਦੇਖੋ ਪਹਿਲੇ ਆਪਸ਼ਨ 'ਚ ਨਾ ਰੀਓਰਡਰ ਲੈਵਲ ਹੈ, ਰੀਓਰਡਰ ਕੁਆਂਟਿਟੀ ਨਹੀਂ ਹੈ, ਤਾਂ ਆਪਸ਼ਨ ਏ ਇਨਕਰੈਕਟ ਹੋ ਜਾਏਗਾ। ਦੂਜੇ 'ਚ ਸਾਡੇ ਕੋਲ ਰੀਓਰਡਰ ਲੈਵਲ ਵੀ ਹੈ, ਰੀਓਰਡਰ ਕੁਆਂਟਿਟੀ ਵੀ ਹੈ, ਅਤੇ ਸਾਨੂੰ ਬ੍ਰੈਕਟ ਦੇ ਵਿੱਚ ਕੀ ਚਾਹੀਦਾ, ਮਿਨੀਮਮ ਕੰਜ਼ੰਪਸ਼ਨ ਪਲੱਸ ਮਿਨੀਮਮ ਰੀਓਰਡਰ ਪੀਰੀਅਡ। ਤਾਂ ਆਪਸ਼ਨ ਬੀ ਕੀ ਹੋ ਜਾਏਗਾ, ਕਰੈਕਟ ਹੋ ਜਾਏਗਾ। ਇਹ ਤੁਹਾਨੂੰ ਯਾਦ ਕਰਨੇ ਪੈਣੇ ਨੇ, ਡਾਇਰੈਕਟ ਕੁਐਸਚਨਸ ਉੱਠ ਕੇ ਆ ਸਕਦੇ ਨੇ ਕਿ ਤੁਹਾਨੂੰ ਫਾਰਮੂਲਾ ਪੁੱਛ ਲੂਗੇ ਕਿਸੇ ਵੀ ਚੀਜ਼ ਦਾ। ਰੀਓਰਡਰ ਲੈਵਲ ਦਾ ਵੀ ਪੁੱਛ ਸਕਦੇ ਆ, ਮੈਕਸੀਮਮ ਦਾ ਵੀ ਪੁੱਛ ਸਕਦੇ ਆ, ਮਿਨੀਮਮ ਦਾ ਵੀ ਪੁੱਛ ਸਕਦੇ ਆ, ਠੀਕ ਹੈ, ਡੇਂਜਰ ਲੈਵਲ ਵੀ ਪੁੱਛ ਸਕਦੇ ਆ। ਤਾਂ ਤੁਹਾਨੂੰ ਇਹ ਯਾਦ ਕਰਨੇ ਪਊਗੇ। ਤਾਂ ਇਸ ਕੁਐਸਚਨ ਦਾ ਆਪਸ਼ਨ ਬੀ ਕੀ ਹੋ ਜਾਏਗਾ, ਕਰੈਕਟ ਹੋ ਜਾਏਗਾ। ਨੈਕਸਟ ਹੈ ਸਾਡੇ ਕੋਲ 13 ਕੁਐਸਚਨ ਕੀ ਕਹਿ ਰਿਹਾ ਜੀ, ਦਾ 2 bin ਸਿਸਟਮ ਇਜ਼ ਯੂਜ਼ਡ ਫੋਰ। ਜਿਹੜਾ 2 bin ਸਿਸਟਮ ਮੈਂ ਤੁਹਾਨੂੰ ਕਰਵਾਇਆ ਸੀ, ਮੈਂ ਕਿਹਾ ਸੀ ਜਿਹੜਾ ਪਹਿਲਾ ਬਿਨ ਹੋਏਗਾ ਉਹਨੂੰ ਕਰੰਟ ਯੂਜ਼ ਵਾਸਤੇ ਰੱਖੂਗੇ, ਲਿਖਿਆ ਨਹੀਂ ਜਾਂਦਾ। ਪਹਿਲਾ ਬਿਨ ਹੋਊਗਾ ਜਿਹੜਾ ਆਪਾਂ ਕਰੰਟ ਯੂਜ਼ ਵਾਸਤੇ ਰੱਖਾਂਗੇ, ਠੀਕ ਹੈ, ਅਤੇ ਜਿਹੜਾ ਦੂਸਰਾ ਬਿਨ ਹੋਏਗਾ ਉਹਨੂੰ ਆਪਾਂ ਰਿਜ਼ਰਵ ਰੱਖਾਂਗੇ, ਮਤਲਬ ਐਜ਼ ਅ ਸਟੋਕ ਰੱਖਾਂਗੇ। ਅਤੇ ਜਿੱਦਾਂ ਹੀ ਮੇਰਾ ਪਹਿਲਾ ਕਰੰਟ ਯੂਜ਼ ਦੇ ਵਿੱਚ ਜੋ ਯੂਜ਼ ਹੋ ਰਿਹਾ ਪ੍ਰੋਡਕਸ਼ਨ ਪ੍ਰੋਸੈਸ ਦੇ ਵਿੱਚ, ਜਦੋਂ ਉਹ ਵਾਲਾ ਮੇਰਾ ਐਮਟੀ ਹੋ ਜਾਏਗਾ ਤਾਂ ਮੈਂ ਨਵਾਂ ਔਡਰ ਕਰੂੰਗੀ, ਅਤੇ ਮੈਂ ਯੂਜ਼ ਕੀ ਕਰੂੰਗੀ, ਰਿਜ਼ਰਵ ਵਾਲਾ ਯੂਜ਼ ਕਰੂੰਗੀ। ਇਹਨੂੰ ਆਪਾਂ ਬੋਲਦੇ ਹਾਂ 2 bin ਸਿਸਟਮ। ਤਾਂ ਇਹ ਯੂਜ਼ ਕਿਉਂ ਕੀਤਾ ਜਾਂਦਾ ਹੈ, ਅਵੋਇਡਿੰਗ ਸਟੋਕ ਆਊਟ ਸਿਚੁਏਸ਼ਨਸ, ਰਿਡਿਊਸਿੰਗ ਲੇਬਰ ਕੋਸਟ ਤਾਂ ਆਪਾਂ ਪੜ੍ਹਿਆ ਹੀ ਨਹੀਂ। ਕਲਾਸੀਫਾਈਂਗ ਇਨਵੈਂਟਰੀ ਨੂੰ ਕਲਾਸੀਫਾਈ ਕਰਨ ਵਾਸਤੇ। ਓਪਨਿੰਗ ਸਟੋਕ, ਕਲੋਜ਼ਿੰਗ ਸਟੋਕ ਕੀ ਹੁੰਦਾ, ਨਹੀਂ, ਇਹਦੇ ਵਾਸਤੇ ਵੀ ਨਹੀਂ ਆਪਾਂ ਪੜ੍ਹਿਆ। ਫਿਰ ਕੰਟਰੋਲਿੰਗ ਪ੍ਰੋਡਕਸ਼ਨ ਕੁਆਲਿਟੀ 2 bin ਸਿਸਟਮ ਦਾ ਤਾਂ ਰਿਲੇਟ ਹੀ ਨਹੀਂ ਹੈਗਾ ਕੁਝ ਵੀ। ਤਾਂ ਆਪਸ਼ਨ ਏ ਕਰੈਕਟ ਹੋ ਜਾਏਗਾ ਕਿ ਸਟੋਕ ਆਊਟਸ ਦਾ ਮਤਲਬ ਹੈ ਕਿ ਮੇਰੇ ਕੋਲ ਮਾਲ ਖਤਮ ਨਾ ਹੋ ਜਾਏ, ਮੇਰੇ ਕੋਲ ਰੋ ਮਟੀਰੀਅਲ ਖਤਮ ਨਾ ਹੋ ਜਾਏ, ਉਹਦੇ ਤੋਂ ਬਚਣ ਲਈ, ਉਸ ਸਿਚੁਏਸ਼ਨ ਤੋਂ ਬਚਣ ਲਈ ਮੈਂ ਕਿਹੜਾ ਸਿਸਟਮ ਮੇਨਟੇਨ ਕਰੂੰਗੀ, 2 bin ਸਿਸਟਮ ਨੂੰ ਮੇਨਟੇਨ ਕਰੂੰਗੀ। ਨੈਕਸਟ ਕੁਐਸਚਨ ਹੈਗਾ ਜੀ ਸਾਡੇ ਕੋਲ ਕੁਐਸਚਨ ਨੰਬਰ 14, ਜਿਹਦੇ ਵਿੱਚ ਪੁੱਛਿਆ ਗਿਆ ਹੈ ਦ ਡੇਂਜਰ ਲੈਵਲ ਆਫ ਸਟੋਕ। ਦੇਖਿਆ ਮੈਂ ਤੁਹਾਨੂੰ ਕਿਹਾ ਸੀ ਫਾਰਮੂਲਾਜ਼ 'ਚੋਂ ਡਾਇਰੈਕਟ ਪੁੱਛ ਸਕਦੇ। ਇਹ ਤਾਂ ਸਿਰਫ ਫਾਰਮੂਲਾ ਵਾਲੇ ਕੁਐਸਚਨਸ ਬਣਾਏ ਹੈ। ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਹਾਨੂੰ ਛੋਟੀ ਛੋਟੀ ਵੈਲਿਊਜ਼ ਦੇ ਦੂਗੇ ਤਾਂ ਤੁਹਾਨੂੰ ਕਹੋਗੇ ਡੇਂਜਰ ਲੈਵਲ ਨਿਕਾਲੋ, ਅਤੇ ਉਸ ਫਾਰਮੂਲੇ ਦੇ ਵਿੱਚ ਤੁਸੀਂ ਉਸ ਵੈਲਿਊਜ਼ ਨੂੰ ਪੁੱਟ ਕਰਨਾ। ਅਤੇ ਉਹ ਕੁਐਸਚਨ ਉਦੋਂ ਹੀ ਸੋਲਵ ਹੋਊਗਾ ਜਦੋਂ ਤੁਹਾਨੂੰ ਫਾਰਮੂਲਾ ਅੱਛੇ ਤਰੀਕੇ ਨਾਲ ਯਾਦ ਹੈ। ਤਾਂ ਤੁਹਾਨੂੰ ਇਹ ਵਧੀਆ ਤਰੀਕੇ ਨਾਲ ਯਾਦ ਕਰਨੇ ਹੈ। ਤਾਂ ਫਿਰ ਬਾਕੀ ਜਿੰਨੇ ਵੀ 3-4 ਫਾਰਮੂਲਾਜ਼ ਹੈ ਅੱਛੇ ਤਰੀਕੇ ਨਾਲ ਰੱਟ ਲਓ ਇਹਨਾਂ ਨੂੰ। ਉਸ ਤੋਂ ਬਾਅਦ ਹੁੰਦਾ ਜੀ ਡੇਂਜਰ ਲੈਵਲ ਕਿਹਨੂੰ ਬੋਲਦੇ ਆਪਾਂ। ਡੇਂਜਰ ਲੈਵਲ ਕੀ ਹੁੰਦਾ, ਜਦੋਂ ਮੈਂ ਐਮਰਜੈਂਸੀ ਪਰਚੇਸ ਕਰਨੀ ਹੁੰਦੀ ਹੈ ਤਾਂ ਉਹਦੇ ਲਈ ਮੈਨੂੰ ਕੀ ਚਾਹੀਦਾ, ਐਮਰਜੈਂਸੀ ਰੀਓਰਡਰ ਪੀਰੀਅਡ ਚਾਹੀਦਾ। ਪਹਿਲੇ ਵਿੱਚ ਮੈਕਸੀਮਮ ਰੀਓਰਡਰ ਪੀਰੀਅਡ ਹੈ, ਕੈਂਸਲ। ਸੀ ਦੇ ਵਿੱਚ ਰੀਓਰਡਰ ਲੈਵਲ ਮਾਈਨਸ ਨੋਰਮਲ ਕੰਜ਼ੰਪਸ਼ਨ ਇੰਟੂ ਨੋਰਮਲ ਰੀਓਰਡਰ ਪੀਰੀਅਡ, ਇਹ ਵੀ ਨਹੀਂ ਹੈ। ਮਿਨੀਮਮ ਕੰਜ਼ੰਪਸ਼ਨ ਇੰਟੂ ਮਿਨੀਮਮ ਰੀਓਰਡਰ ਪੀਰੀਅਡ, ਇਹ ਵਾਲਾ ਆਪਸ਼ਨ ਵੀ ਨਹੀਂ ਹੈ। ਆਪਸ਼ਨ ਬੀ ਕਰੈਕਟ ਹੋ ਜਾਏਗਾ, ਜਿਹਦੇ ਵਿੱਚ ਸਾਨੂੰ ਐਮਰਜੈਂਸੀ ਰੀਓਰਡਰ ਪੀਰੀਅਡ ਦੀ ਜ਼ਰੂਰਤ ਹੁੰਦੀ ਹੈ। ਐਵਰੇਜ ਕੰਜ਼ੰਪਸ਼ਨ ਮੈਂ ਦੱਸਤਾ ਸੀ ਕਿੱਦਾਂ ਨਿਕਾਲੋਗੇ, ਮੈਕਸੀਮਮ ਪਲੱਸ ਮਿਨੀਮਮ ਡਿਵਾਈਡ ਕਰ ਦੋਗੇ ਉਹਨੂੰ 2 ਨਾਲ। ਨੈਕਸਟ ਕੁਐਸਚਨ ਆਉਂਦਾ ਸਾਡੇ ਕੋਲ, ਨੈਕਸਟ ਕੁਐਸਚਨ ਹੈ ਜੀ 15, ਜਿਹਦੇ ਵਿੱਚ ਪੁੱਛਿਆ ਗਿਆ ਵਟ ਇਜ਼ ਦਾ ਪਰਪਸ ਆਫ ਮਟੀਰੀਅਲ ਰਿਕੁਆਇਰਮੈਂਟ ਪਲੈਨਿੰਗ। ਕਿ ਮਟੀਰੀਅਲ ਜਦੋਂ ਮੈਨੂੰ ਜ਼ਰੂਰਤ ਹੈ ਉਹਦੀ ਪਲੈਨਿੰਗ ਕਰਨ ਦੀ ਜ਼ਰੂਰਤ ਕਿਉਂ ਹੈ, ਉਹਦਾ ਪਰਪਸ ਕੀ ਹੈ। ਕੀ ਇੰਸ਼ੋਰ ਕਰਨਾ ਆਪਾਂ, ਮਟੀਰੀਅਲ ਇੰਸ਼ੋਰ ਮਟੀਰੀਅਲ ਆਰ ਅਵੇਲੇਬਲ ਫॉर ਪ੍ਰੋਡਕਸ਼ਨ, ਰਿਡਿਊਸ ਇੰਪਲੋਈ ਕੋਸਟ, ਆਪਸ਼ਨ ਬੀ ਇਨਕਰੈਕਟ ਹੋ ਜਾਏਗਾ। ਇਨਕਰੀਜ਼ ਸੇਲਸ ਰੈਵਨਿਊ, ਇਹਦਾ ਕੋਈ ਲੈਣਾ ਦੇਣਾ ਨਹੀਂ ਹੈ ਇਸ ਟੈਕਨੀਕ ਦੇ ਨਾਲ। ਇੰਪਰੂਵ ਫਾਈਨੈਂਸ਼ੀਅਲ ਪਲੈਨਿੰਗ, ਫਾਈਨੈਂਸ਼ੀਅਲ ਰਿਪੋਰਟਿੰਗ, ਫਾਈਨੈਂਸ਼ੀਅਲ ਫੇਰ ਤੋਂ ਫਾਈਨੈਂਸ਼ੀਅਲ ਆ ਗਿਆ, ਫਾਈਨੈਂਸ਼ੀਅਲ ਵਾਲਾ ਕੰਮ ਫਾਈਨੈਂਸ਼ੀਅਲ ਅਕਾਊਂਟਿੰਗ ਦੇ ਵਿੱਚ ਹੋਏਗਾ, ਕੋਸਟ ਅਕਾਊਂਟਿੰਗ ਦੇ ਵਿੱਚ ਨਹੀਂ ਹੋਏਗਾ। ਤਾਂ ਆਪਸ਼ਨ ਏ ਇਹਦਾ ਕਰੈਕਟ ਹੋ ਜਾਏਗਾ, ਜਿਹਦੇ ਵਿੱਚ ਇਹਨੂੰ ਕਿਉਂ ਆਪਾਂ, ਇਹਦਾ ਪਰਪਸ ਕਿਉਂ ਹੈ ਬਣਾਉਣ ਦਾ, ਜਿਹਦੇ ਵਿੱਚ ਇਹ ਪੱਕਾ ਕੀਤਾ ਜਾਂਦਾ ਹੈ ਕਿ ਜਿਹੜਾ ਮਟੀਰੀਅਲ ਹੈ ਉਹ ਮੈਨੂੰ ਪ੍ਰੋਡਕਸ਼ਨ ਲਈ ਅਵੇਲੇਬਲ ਹੋਏ ਜਦੋਂ ਮੈਨੂੰ ਉਹਦੀ ਜ਼ਰੂਰਤ ਹੈ। ਔਰ ਨੈਕਸਟ ਕੁਐਸਚਨ ਹੈ ਸਾਡੇ ਕੋਲ ਕੁਐਸਚਨ ਨੰਬਰ 16। ਕੁਐਸਚਨ ਨੰਬਰ 16 ਕੀ ਕਹਿ ਰਿਹਾ ਹੈ, ਵਿਚ ਇਨਵੈਂਟਰੀ ਕੰਟਰੋਲ ਟੈਕਨੀਕ ਹੈਲਪ ਇਨ ਮਿਨੀਮਾਈਜ਼ਿੰਗ ਕੈਰਿੰਗ ਕੋਸਟ ਔਰ ਹੋਲਡਿੰਗ ਕੋਸਟ। ਮੈਂ ਤੁਹਾਨੂੰ ਦੱਸਿਆ ਸੀਗਾ ਕੈਰਿੰਗ ਕੋਸਟ ਦਾ ਦੂਜਾ ਨਾਮ ਕੀ ਹੁੰਦਾ ਜੀ, ਹੋਲਡਿੰਗ ਕੋਸਟ। ਕਿ ਜਦੋਂ ਮੈਂ ਆਪਣਾ ਸਮਾਨ ਸਟੋਰ ਦੇ ਵਿੱਚ ਹੋਲਡ ਕਰਕੇ ਰੱਖਣਾ, ਉਹਦਾ ਕੋਈ ਰੈਂਟ ਰੂੰਟ ਪਊਗਾ, ਉਹਨੂੰ ਆਪਾਂ ਹੋਲਡਿੰਗ ਕੋਸਟ ਕਹਿੰਦੇ ਹਾਂ। ਅਤੇ ਕਿਹੜੀ ਟੈਕਨੀਕ ਹੈ ਜਿਹੜੀ ਇਹ ਦੋਨੋਂ ਕੋਸਟ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦੀ ਹੈ, ਉਹ ਹੁੰਦੀ ਹੈ ਸਾਡੇ ਕੋਲ EOQ।
ऑप्शन बी करैक्ट हो जाएगा। बाकी सारी टेक्निक्स हैं बट ये वाली टेक्निक्स है ਜਿਹੜੀ ਸਾਨੂੰ ਕੈਰਿੰਗ ਕੋਸਟ ਔਰ ਆਰਡਰਿੰਗ ਕੋਸਟ ਨੂੰ ਮਿਨੀਮਾਈਜ਼ ਕਰਨ ਦੇ ਵਿੱਚ ਹੈਲਪ ਕਰਦੀ। ਨੈਕਸਟ ਕੁਐਸਚਨ ਆਉਂਦਾ ਜੀ ਸਾਡੇ ਕੋਲ ਕੁਐਸਚਨ ਨੰਬਰ 17 ਜਿਹਦੇ ਵਿੱਚ ਪੁੱਛਿਆ ਗਿਆ ਹੈ ਬਜਟਰੀ ਕੰਟਰੋਲ। ਬਜਟਰੀ ਕੰਟਰੋਲ ਇਜ਼ ਅ ਮਟੀਰੀਅਲ ਮੈਨੇਜਮੈਂਟ ਇਜ਼ ਯੂਜ਼ਡ। ਬਜਟਰੀ ਕੰਟਰੋਲ ਆਪਾਂ ਕਿਉਂ ਯੂਜ਼ ਕਰਦੇ ਹਾਂ? ਬਜਟਰੀ ਕੰਟਰੋਲ ਵੀ ਇੱਕ ਟੈਕਨੀਕ ਹੈ ਜੋ ਮੈਂ ਦੱਸਿਆ ਸੀ ਕਿ ਲਿਮਿਟ ਸੈੱਟ ਕਰ ਦਿੰਦੀ ਹੈ ਕਿ ਇਸ ਲਿਮਿਟ ਤੋਂ ਆਪਾਂ ਬਾਹਰ ਨਹੀਂ ਜਾਣਾ, ਸਪੈਂਡਿੰਗ ਨਹੀਂ ਕਰਨੀ। ਤਾਂ ਲਿਮਿਟ ਕਿੱਥੇ ਦੱਸ ਰਹੇ, ਕਿਹੜੇ ਆਪਸ਼ਨ 'ਚ ਦੱਸ ਰਹੇ? ਆਪਸ਼ਨ ਏ ਦੇ ਵਿੱਚ ਦੱਸ ਰਹੇ। ਟਰੈਕ ਕਰਦਾ ਰੋ ਮਟੀਰੀਅਲ ਦਾ ਵੇਸਟੇਜ? ਨਹੀਂ। ਇੰਪਰੂਵ ਕਰਦਾ ਵਰਕਰ ਐਫੀਸ਼ੀਐਂਸੀ? ਨਹੀਂ ਜੀ। ਮੇਨਟੇਨ ਕਰਦਾ ਸਪਲਾਇਰ ਰਿਕਾਰਡਸ? ਨਹੀਂ, ਇਹ ਵੀ ਨਹੀਂ ਆ। ਆਪਸ਼ਨ ਏ ਕਰੈਕਟ ਹੋ ਜਾਏਗਾ ਜਿਹਦੇ ਵਿੱਚ ਆਪਾਂ ਬਜਟ ਬਣਾ ਲੈਂਦੇ ਹਾਂ ਕਿ ਇਸ ਬਜਟ ਤੋਂ ਬਾਹਰ ਮੈਂ ਆਪਣੀ ਪਰਚੇਜ਼ ਨਹੀਂ ਕਰਨੀ। ਤਾਂ ਆਪਸ਼ਨ ਏ ਇਜ਼ ਕਰੈਕਟ ਫॉर ਦਿਸ ਕੁਐਸਚਨ। ਨੈਕਸਟ ਆਉਂਦਾ ਸਾਡੇ ਕੋਲ ਨੈਕਸਟ ਹੈ ਜੀ ਦ ਸਟੋਕ ਲੈਵਲਸ ਦੈਟ ਇੰਡੀਕੇਟਸ ਦਾ ਅਰਜੈਂਟ ਰਿਪਲੇਸਮੈਂਟ। ਮੈਂ ਤੁਹਾਨੂੰ ਦੱਸਿਆ ਸੀਗਾ ਕਿ ਐਮਰਜੈਂਸੀ ਦੇ ਵਿੱਚ ਜਦੋਂ ਆਪਾਂ ਸਮਾਨ ਮੰਗਵਾਉਣਾ ਹੁੰਦਾ, ਅਰਜੈਂਟ ਰਿਕੁਆਇਰਮੈਂਟ ਜਦੋਂ ਸਾਨੂੰ ਸਟੋਕ ਦੀ ਚਾਹੀਦੀ ਹੁੰਦੀ ਹੈ ਤਾਂ ਉਹ ਕਿਹੜਾ ਲੈਵਲ ਦੱਸਦਾ? ਰੀਆਰਡਰ ਲੈਵਲ ਦੱਸਦਾ? ਨਹੀਂ ਜੀ। ਰੀਆਰਡਰ ਕਿੱਦਾਂ ਦੱਸਦਾ? ਨਿਊ ਔਰ ਫਰੈਸ਼ ਡਿਲੀਵਰੀ ਦਾ ਦੱਸਦਾ। ਤਾਂ ਆਪਸ਼ਨ ਏ ਨਿਕਲ ਜਾਏਗਾ। ਮੈਕਸਿਮਮ ਦੱਸਦਾ ਹਾਈਐਸਟ ਕੁਆਂਟਿਟੀ ਮੇਨਟੇਨ ਕਰਕੇ ਰੱਖਣੀ ਹੈ। ਐਵਰੇਜ ਦੱਸਦਾ ਐਵਰੇਜ ਕੁਆਂਟਿਟੀ ਮੇਨਟੇਨ ਕਰਕੇ ਰੱਖਣੀ ਹੈ। ਤਾਂ ਜਿਹੜਾ ਅਰਜੈਂਟ ਵਾਲਾ ਜਾਂ ਫਿਰ ਐਮਰਜੈਂਸੀ ਵਾਲਾ ਕੀਵਰਡ ਹੈ ਉਹ ਕਿਹਦੇ ਨਾਲ ਰਿਲੇਟ ਕਰਦਾ ਜੀ? ਡੇਂਜਰ ਲੈਵਲ ਨਾਲ। ਤਾਂ ਇਹ ਕੁਐਸਚਨ ਨੰਬਰ 18 ਦਾ ਆਪਸ਼ਨ ਨੰਬਰ ਬੀ ਕਰੈਕਟ ਹੋ ਜਾਏਗਾ। ਉਸ ਤੋਂ ਬਾਅਦ ਸਾਡੇ ਕੋਲ ਹੈਗਾ ਜੀ ਕੁਐਸਚਨ ਨੰਬਰ 19 ਜਿਹਦੇ ਵਿੱਚ ਪੁੱਛਿਆ ਗਿਆ ਹੈ ਵਿਚ ਟੈਕਨੀਕ of material control require keeping detailed record of each item। ਹਰ ਇੱਕ ਆਈਟਮ ਦਾ ਡਿਟੇਲ ਰਿਕਾਰਡ ਰੱਖਦੀ ਹੈ, ਉਹ ਵਾਲੀ ਕਿਹੜੀ ਟੈਕਨੀਕ ਹੈ? ਜਸਟ ਇਨ ਟਾਈਮ ਹੈ? ਨਹੀਂ ਜੀ। ਜਸਟ ਇਨ ਟਾਈਮ ਕਿਹਦੇ ਨਾਲ ਰਿਲੇਟ ਕਰਦੀ ਹੈ? ਜਦੋਂ ਮੈਨੂੰ ਸਮਾਨ ਦੀ ਜ਼ਰੂਰਤ ਹੈ, ਜਦੋਂ ਮੈਨੂੰ ਨੀਡ ਹੈ, ਮੈਂ ਉਦੋਂ ਆਪਣਾ ਸਟੋਕ ਮੰਗਾਉਂਗੀ, ਉਹ ਜਸਟ ਇਨ ਟਾਈਮ ਦੇ ਨਾਲ ਰਿਲੇਟ ਕਰਦਾ ਹੈ। ABC ਵਾਲਾ ਵੈਲਿਊ ਕੰਜ਼ੰਪਸ਼ਨ ਦੇ ਨਾਲ ਰਿਲੇਟ ਕਰਦਾ। ਕੀਵਰਡ ਯਾਦ ਰੱਖਣਾ, ਵੈਲਿਊ ਕੰਜ਼ੰਪਸ਼ਨ ਦੇ ਨਾਲ ਰਿਲੇਟ ਕਰਦਾ। ਬਜਟਰੀ ਵਾਲਾ ਲਿਮਿਟ ਸੈੱਟ ਕਰਦਾ। ਤਾਂ ਬਚਿਆ ਕਿਹੜਾ ਜੀ? ਆਪਸ਼ਨ ਬੀ ਜਿਹਦੇ ਵਿੱਚ ਕੰਟੀਨਿਊਸ ਆਪਾਂ ਰਿਕਾਰਡ ਰੱਖਦੇ ਹਾਂ, ਈਚ ਟ੍ਰਾਂਜੈਕਸ਼ਨ ਦਾ ਡਿਟੇਲ ਰਿਕਾਰਡ ਰੱਖਦੇ ਹਾਂ। ਦੇਖੋ ਈਚ ਕੀਵਰਡ ਹੈ ਇਹਦਾ, ਈਚ ਆਈਟਮ। ਓਕੇ, ਉਸ ਤੋਂ ਬਾਅਦ ਸਾਡੇ ਕੋਲ ਕੁਐਸਚਨ ਆਉਂਦਾ ਹੈ ਜੀ, ਲਾਸਟ ਕੁਐਸਚਨ ਹੈ ਇਸ ਚੈਪਟਰ ਦਾ, ਮਤਲਬ ਚੈਪਟਰ ਦਾ ਕਹਿ ਰਹੀ ਹਾਂ, ਇਸ ਟੌਪਿਕ ਦਾ ਟੈਕਨੀਕਸ ਆਫ ਮਟੀਰੀਅਲ ਕੰਟਰੋਲ ਦਾ। ਉਸ ਤੋਂ ਬਾਅਦ ਸਾਡੇ ਕੋਲ ਆਉਂਦਾ ਹੈ ਦ ਐਵਰੇਜ ਸਟੋਕ ਲੈਵਲ ਕੈਲਕੂਲੇਟਡ ਯੂਜ਼ਿੰਗ ਵਿਚ ਫਾਰਮੂਲਾ। ਐਵਰੇਜ ਸਟੋਕ ਲੈਵਲ ਆਪਾਂ ਕਿੱਦਾਂ ਨਿਕਾਲਦੇ ਹਾਂ? ਮਿਨੀਮਮ ਪਲਸ ਮੈਕਸਿਮਮ ਓਵਰ 2। ऑप्शन बी है रीओडर लेवल प्लस डेंजर लेवल डिवाइड बाय 2। ऑप्शन सी है साढ़े को रीओडर लेवल माइनस मिनिमम कंजम्पशन इंटू मैक्सिमम रीओडर पीरियड। ऑप्शन डी है साढ़े को मैक्सिमम कंजम्पशन इंटू मैक्सिमम रीओडर पीरियड। तो एवरेज का नाम तो ही पता लग रहा, आप एवरेज निकालनी है, कंजम्पशन की निकालनी है, तो एवरेज निकालनी है स्टोक की। तो आप मिनीमम लैवल में ऐड करांगे, मिनीमम लैवल निकालांगे, फिर मैं अगर तो थानू डायरैक्ट दिता तो डायरैक्ट लगाओगे, अगर थानू नहीं दिता इन्फॉर्मेशन प्रोवाइड है तो पहला मिनीमम लैवल निकालोगे फॉर्मूले का यूज़ करके, फिर मैक्सिमम लैवल निकालोगे, उन्होंने डिवाइड बाय 2 कर दोगे। तो लास्ट क्वेश्चन का आंसर होंदा साडा जी ऑप्शन ए। आई होप थानू ये सीरीज़ वधिया लग रही है। जे थानू ये सीरीज़ वधिया लग रही है प्लीज़ 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 चैनल में सबसक्राइब करो, शेयर करो और लाइक करो। थैंक यू सो मच।